ਵਾਹਿਗੁਰੂ ਵਾਹਿਗੁਰੂ ਭਲੇ ਅਮਰਦਾਸ ਗੁਣ ਤੇਰੇ, ਭਲੇ ਅਮਰਦਾਸ ਗੁਣ ਤੇਰੇ। ਤੇਰੀ ਉਪਮਾ ਤੋਹੇ ਬਨ ਆਵੈ, तेरी उपमा तोहे बन आवै। भले अमरदास गुण तेरे, भले अमरदास गुण तेरे। कणहर बूंद बसोरों मावल, कुसुम बसंत गणंत न आवे। रव सस किरण उदर सागर को, गंग तरंग अंत को पावे। रव सस किरण उदर सागर को, गंग तरंग अंत को पावे। रुद्र ध्यान ज्ञान सत गुर के, कब जन पाल ऊना जुगावे। रुद्र ध्यान ज्ञान सतगुर के, कब जन पाल ऊना जुगावे। भले अमरदास गुण तेरे, तेरी उपमा तोहे बन आवे। तेरी उपमा तोहे बन आवे। भले अमरदास गुण तेरे, भले अमरदास गुण तेरे। वाहिगुरु इक ओंकार, सतगुर प्रसाद। राम कली महला तीजा। आनंद आनंद पया मेरी माए, सतगुरु मैं पाया। आनंद पया मेरी माए, सतगुरु मैं पाया। धन धन सतगुरु तीसरे पातशाह गुरु अमरदास महाराज जी की अमृतमयी बाणी आनंद साहिब, जो कि रामकली राग दे विच है अते गुरु ग्रंथ साहिब जी दे 917 अंग तो लैके 922 अंग उत्ते सुशोभित है जी। सतगुरु जी इस बाणी दे विच सानू उपदेश करते हैं कि आनंद की प्राप्ति किस तरह हुंदी है। आनंद तो हर कोई कहता है कि मैनू आनंद आ गया, पर सतगुरु जी कहते हैं आनंद की प्राप्ति हुंदी किस तरह है। आनंद प्राप्त करने लई जुगती की है। इस आनंद साहिब के पाठ के विच
ਗੁਰੂ ਅਮਰਦਾਸ ਜੀ ਇਹ ਸਾਨੂੰ ਜੁਗਤੀਆਂ ਦੱਸ ਰਹੇ ਹਨ ਕਿ ਆਨੰਦ ਹੈ ਕੀ ਹੈ ਅਤੇ ਆਨੰਦ ਦੀ ਪ੍ਰਾਪਤੀ ਕਿਸ ਤਰ੍ਹਾਂ ਹੁੰਦੀ ਹੈ। ਆਨੰਦ ਉਹ ਹੈ ਜਿਸ ਦਾ ਕਿ ਵਿਰੋਧੀ ਸ਼ਬਦ ਹੀ ਨਹੀਂ ਹੈ, ਜਿਸ ਦਾ ਆਪੋजिट ਵਰਡ, ਜਿਸ ਦਾ ਐਂਟੈਨੀਮਸ ਨਹੀਂ ਹੈ। ਜਿਸ ਤਰ੍ਹਾਂ ਕਿ ਦੁੱਖ ਦਾ ਵਿਰੋਧੀ ਸ਼ਬਦ ਹੈ ਸੁੱਖ, ਦਿਨ ਦਾ ਵਿਰੋਧੀ ਸ਼ਬਦ ਹੈ ਰਾਤ, ਸੁਚੱਜੀ ਕੁਚੱਜੀ, ਠੰਡਾ ਗਰਮ, ਪਰ ਆਨੰਦ ਇੱਕ ਇਹੋ ਜਿਹੀ ਅਵਸਥਾ ਹੈ ਕਿ ਇਸ ਦਾ ਵਿਰੋਧੀ ਸ਼ਬਦ ਨਹੀਂ ਹੈ। ਜੇ ਆਨੰਦ ਹੈ ਤਾਂ ਫਿਰ ਆਨੰਦ ਹੀ ਆਨੰਦ ਹੈ। ਫਿਰ ਆਨੰਦ ਤੋਂ ਬਾਅਦ ਇਹ ਨਹੀਂ ਕੋਈ ਦੁੱਖਾਂ ਦੀ ਪ੍ਰਾਪਤੀ ਹੁੰਦੀ ਹੈ, ਜਾਂ ਕਿਉਂਕਿ ਮਨ ਉਸ ਆਨੰਦ ਦੇ ਵਿੱਚ ਹੈ। ਫਿਰ ਸਰੀਰਕ ਦੁੱਖ ਜੋ ਹਨ ਉਹ ਇਸ ਆਨੰਦ ਨੂੰ ਖਤਮ ਨਹੀਂ ਕਰ ਸਕਦੇ। ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਇਹ ਅੰਮ੍ਰਿਤਮਈ ਆਨੰਦ ਸਾਹਿਬ ਦੀ ਬਾਣੀ ਸਾਨੂੰ ਬਖਸ਼ੀ, ਜਿਸ ਦੀਆਂ ਕਿ 40 ਪੌੜੀਆਂ ਹਨ। ਇਸ ਬਾਣੀ ਦੇ ਪਹਿਲੀਆਂ 5 ਪੌੜੀਆਂ ਅਤੇ ਇੱਕ ਅਖੀਰਲੀ ਪੌੜੀ ਜੋ ਹੈ, ਅਰਥਾਤ ਕੁੱਲ 6 ਪੌੜੀਆਂ ਕੋਈ ਵੀ ਰਸਮ ਦੇ ਸਮਾਪਤੀ ਉੱਤੇ ਜ਼ਰੂਰ ਪੜ੍ਹੀਆਂ ਜਾਂਦੀਆਂ ਹਨ। ਦੇਗ ਨੂੰ ਪ੍ਰਵਾਨ ਕਰਾਉਣਾ ਹੋਵੇ ਤਾਂ ਇਹ 6 ਪੌੜੀਆਂ ਪੜ੍ਹ ਕੇ ਫਿਰ ਦੇਗ ਪ੍ਰਵਾਨ ਕੀਤੀ ਜਾਂਦੀ ਹੈ। ਭਾਵੇਂ ਕੋਈ ਖੁਸ਼ੀ ਦਾ ਮੌਕਾ ਹੋਵੇ, ਭਾਵੇਂ ਕੋਈ ਗਮੀ ਦਾ ਮੌਕਾ ਹੋਵੇ, ਇਹ ਆਨੰਦ ਸਾਹਿਬ ਜੀ ਦੀ ਬਾਣੀ ਹਰ ਟਾਈਮ ਪੜ੍ਹੀ ਜਾਂਦੀ ਹੈ। ਇਸ ਆਨੰਦ ਸਾਹਿਬ ਜੀ ਦੀ ਬਾਣੀ ਦੇ ਵਿੱਚ ਸਤਿਗੁਰੂ ਜੀ ਸਾਨੂੰ ਉਪਦੇਸ਼ ਕਰਦੇ ਹਨ ਕਿ ਆਨੰਦ ਤਾਂ ਹਰ ਕੋਈ ਕਹਿੰਦਾ ਹੈ, ਪਰ ਅਸਲ ਆਨੰਦ ਦੀ ਪ੍ਰਾਪਤੀ ਜੋ ਹੈ ਉਹ ਗੁਰੂ ਤੋਂ ਹੀ ਮਿਲਦੀ ਹੈ। ਕਿਉਂਕਿ ਸਤਿਗੁਰੂ ਜੀ ਦਾ ਇਸ ਬਾਣੀ ਦੇ ਵਿੱਚ ਅੰਮ੍ਰਿਤਮਈ ਸ਼ਬਦ ਹੈ, ਆਨੰਦ ਆਨੰਦ ਸਭ ਕੋ ਕਹੈ, ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਕਿ ਆਖਣ ਨੂੰ ਤਾਂ ਹਰ ਕੋਈ ਆਖ ਦਿੰਦਾ ਹੈ ਕਿ ਮੈਨੂੰ ਆਨੰਦ ਪ੍ਰਾਪਤ ਹੋ ਗਿਆ ਹੈ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਪਰ ਅਸਲ ਆਨੰਦ ਦੀ ਸੂਝ ਗੁਰੂ ਤੋਂ ਹੀ ਮਿਲਦੀ ਹੈ। ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਇਹ ਪਿਆਰੇ ਭਾਈ, ਅਸਲ ਆਨੰਦ ਦੀ ਸੂਝ ਸਦਾ ਗੁਰੂ ਤੋਂ ਹੀ ਮਿਲਦੀ ਹੈ। ਉਹ ਮਨੁੱਖ ਅਸਲ ਆਨੰਦ ਨਾਲ ਸਾਝ ਪਾਉਂਦਾ ਹੈ ਜਿਸ ਉੱਤੇ ਗੁਰੂ ਕਿਰਪਾ ਕਰਦਾ ਹੈ। ਇਹ ਆਨੰਦ ਜੋ ਹੈ, ਇਹ ਆਨੰਦ ਗੁਰੂ ਦੀ ਕਿਰਪਾ ਦੇ ਨਾਲ ਹੀ ਪ੍ਰਾਪਤੀ ਹੁੰਦੀ ਹੈ। ਇਸ ਆਨੰਦ ਸਾਹਿਬ ਜੀ ਦੀ ਬਾਣੀ ਦੇ ਵਿੱਚ ਸਤਿਗੁਰੂ ਜੀ ਸਾਨੂੰ ਉਪਦੇਸ਼ ਕਰਦੇ ਹਨ ਕਿ ਜੋ ਕਿ ਅਖੀਰਲੀ ਪੌੜੀ ਦੀ ਵੀ ਪੰਕਤੀ ਹੈ, ਆਨੰਦ ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ। ਹੇ ਵੱਡੇ ਭਾਗਾਂ ਵਾਲਿਓ, ਸੁਣੋ, ਆਨੰਦ ਇਹ ਹੈ ਕਿ ਉਸ ਅਵਸਥਾ ਵਿੱਚ ਮਨ ਦੀਆਂ ਸਾਰੀਆਂ ਦੌੜਾਂ ਮੁੱਕ ਜਾਂਦੀਆਂ ਹਨ, ਮਨ ਟਿਕ ਜਾਂਦਾ ਹੈ,
ਮਨ ਸਥਿਰ ਹੋ ਜਾਂਦਾ ਹੈ, ਮਨ ਵਿੱਚ ਭਟਕਣਾ 'ਚ ਨਹੀਂ ਪੈਂਦਾ, ਮਨ ਮਾਇਆ ਦੇ ਮਗਰ ਨਹੀਂ ਦੌੜਦਾ ਅਤੇ ਅੰਦਰੋਂ ਸਾਰੇ ਸੰਕਲਪ ਜੋ ਹਨ ਉਹ ਸਿਰੇ ਚੜ ਜਾਂਦੇ ਹਨ। ਇਹੋ ਜਿਹੀ ਆਨੰਦ ਦੀ ਅਵਸਥਾ ਹੈ। ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਅਤੇ ਇਸੇ ਹੀ ਪੌੜੀ ਦੇ ਵਿੱਚ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਕਿ ਜਿਨ੍ਹਾਂ ਦੇ ਅੰਦਰ ਆਤਮਿਕ ਆਨੰਦ ਪੈਦਾ ਹੁੰਦਾ ਹੈ ਉਹਨਾਂ ਨੂੰ ਮਿਲਦਾ ਕੀ ਹੈ। ਸਤਿਗੁਰੂ ਜੀ ਦੀ ਇਸ ਅੰਮ੍ਰਿਤਮਈ ਬਾਣੀ ਦੀ ਅਖੀਰਲੀ ਪੰਕਤੀ ਜੋ ਹੈ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸਤਿਗੁਰੂ ਜੀ ਬੇਨਤੀ ਕਰਦੇ ਹਨ ਕਿ ਜਿਹੜੇ ਬੰਦੇ ਗੁਰੂ ਦੀ ਚਰਨੀ ਲੱਗਦੇ ਹਨ, ਗੁਰ ਚਰਨ ਲਾਗੇ, ਬਿਨਵੰਤ ਨਾਨਕ ਗੁਰ ਚਰਨ ਲਾਗੇ। ਜਿਹੜੇ ਬੰਦੇ ਗੁਰੂ ਦੀ ਚਰਨੀ ਲੱਗਦੇ ਹਨ ਉਹਨਾਂ ਦੇ ਅੰਦਰ ਵਾਜੇ ਅਨਹਦ ਧੂਰੇ, ਉਹਨਾਂ ਦੇ ਅੰਦਰ ਇੱਕ ਰਸ ਖੁਸ਼ੀ ਦੇ ਵਾਜੇ ਵੱਜ ਪੈਂਦੇ ਹਨ। ਅਨਹਦ ਇੱਕ ਰਸ, ਲਗਾਤਾਰ ਖੁਸ਼ੀ ਦੇ ਵਾਜੇ ਵੱਜ ਪੈਂਦੇ ਹਨ। ਇਹ ਨਹੀਂ ਕਿ ਹੁਣ ਖੁਸ਼ੀ ਹੈ ਤੇ ਫਿਰ ਉਹ ਗਮੀ 'ਚ ਬਦਲ ਗਈ, ਕਿਉਂਕਿ ਇਹ ਆਨੰਦ ਹੈ, ਫਿਰ ਸਦਾ ਹੀ ਆਨੰਦ ਰਹਿੰਦਾ ਹੈ। ਉਹਨਾਂ ਦੇ ਅੰਦਰ ਆਤਮਿਕ ਆਨੰਦ ਪੈਦਾ ਹੋ ਜਾਂਦਾ ਹੈ। ਜਿਹੜੇ ਸਤਿਗੁਰੂ ਦੇ ਨਾਲ ਮਿਲਾਪ ਕਰ ਲੈਂਦੇ ਹਨ, ਜਿਹੜੇ ਗੁਰੂ ਦੀ ਚਰਨੀ ਲੱਗਦੇ ਹਨ, ਉਹਨਾਂ ਦੇ ਅੰਦਰ ਸਦਾ ਹੀ ਫਿਰ ਆਨੰਦ ਹੀ ਆਨੰਦ ਰਹਿੰਦਾ ਹੈ। ਇਸੀ ਬਾਣੀ ਦੇ ਵਿੱਚ ਸਤਿਗੁਰੂ ਜੀ ਸਾਨੂੰ ਉਪਦੇਸ਼ ਕਰਦੇ ਹਨ ਕਿ ਜਿਹੜੇ ਇਹ ਗਿਆਨ ਇੰਦਰੇ ਸਾਨੂੰ ਉਸ ਵਾਹਿਗੁਰੂ ਦੀ ਕਿਰਪਾ ਨਾਲ ਮਿਲੇ ਹਨ, ਇਹ ਸਰੀਰ ਜੋ ਉਸ ਵਾਹਿਗੁਰੂ ਦੀ ਕਿਰਪਾ ਨਾਲ ਮਿਲਿਆ ਹੈ, ਇਹ ਅਮੋਲਕ ਰਤਨ ਹਨ, ਕਿਉਂਕਿ ਉਸ ਵਾਹਿਗੁਰੂ ਨੇ ਸਾਨੂੰ ਇਹ ਬਖਸ਼ੇ ਹਨ। ਇਹਨਾਂ ਦਾ ਕੋਈ ਮੁੱਲ ਨਹੀਂ ਹੈ। ਇਹਨਾਂ ਲਈ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਕਿ ਇਹਨਾਂ ਦਾ ਮਕਸਦ ਕੀ ਹੈ। ਸਤਿਗੁਰੂ ਜੀ ਉਪਦੇਸ਼ ਕਰਦੇ ਹੋਏ ਸਾਨੂੰ ਰਸਨਾ ਲਈ ਉਪਦੇਸ਼ ਕਰਦੇ ਹਨ ਕਿ ਇਹ ਜਿਹਵਾ ਕਿਉਂ ਉਸ ਵਾਹਿਗੁਰੂ ਨੇ ਦਿੱਤੀ ਹੋਈ ਹੈ। ਇਹ ਰਸਨਾ ਤੂੰ ਅਨ ਰਸ ਰਾਚ ਰਹੀ, ਇਹ ਰਸਨਾ ਤੂੰ ਅਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਇਹ ਮੇਰੀ ਜੀਵ, ਇਹ ਮੇਰੀ ਰਸਨਾ, ਤੂੰ ਹੋਰ ਸਵਾਦਾਂ ਦੇ ਵਿੱਚ ਮਸਤ ਹੋ ਰਹੀ ਹੈ, ਤੂੰ ਅਨ ਰਸ ਰਾਚ ਰਹੀ। ਇਸ ਤਰ੍ਹਾਂ ਤੇਰਾ ਸਵਾਦਾਂ ਦਾ ਚਸਕਾ ਜਿਹੜਾ ਹੈ ਉਹ ਦੂਰ ਨਹੀਂ ਹੋ ਸਕਦਾ। ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕਿਤੈ, ਜਿਚਰ ਹਰ ਰਸ ਪੱਲੇ ਨਾ ਪਾਏ। ਜਿਤਨਾ ਚਿਰ ਪਰਮਾਤਮਾ ਦੇ ਸਿਮਰਨ ਦਾ ਆਨੰਦ ਪ੍ਰਾਪਤ ਨਾ ਹੋਵੇ, ਉਤਨਾ ਚਿਰ ਕਿਸੇ ਹੋਰ ਥਾਂ ਤੋਂ ਸਵਾਦਾਂ ਦਾ ਚਸਕਾ ਮਿਟ ਨਹੀਂ ਸਕਦਾ। ਪਿਆਸ ਨਾ ਜਾਏ ਹੋਰਤ ਕਿਤੈ, ਹੋਰਤ ਕਿਤੈ ਆਨੰਦ ਤੋਂ ਬਿਨਾ ਹੋਰ ਪਾਸਿਓਂ। ਜਿਚਰ ਹਰ ਰਸ ਪੱਲੇ ਨਾ ਪਾਏ, ਜਦੋਂ ਤੱਕ ਤੂੰ ਉਸ ਪਰਮਾਤਮਾ ਦੇ ਨਾਮ ਦੇ ਰਸ ਨੂੰ ਨਹੀਂ ਪ੍ਰਾਪਤ ਕਰਦਾ। ਹਰ ਰਸ
पाए पल्लै पिए हर रस बौड़ न तृष्णा लागै आए। जिस मनुख नूं परमात्मा दे नाम दा आनंद मिल जाए, जो मनुख हरि सिमरन दा स्वाद मानन लग पए, उस नूं माया दी तृष्णा नहीं पो सकती। बौड़ ना तृष्णा लागे आए। किस नूं नहीं तृष्णा पाउंदी? जो हर रस उस परमात्मा दे नाम दे रस नूं अपने पल्ले विच पा लैंदा है, ਅਤੇ जो उस परमात्मा दे नाम दे रस नूं पींदा है, उस नूं फिर माया दी तृष्णा नहीं पो सकदी। इसी तरह ही सतगुरु जी साडियां अखां नूं उपदेश करदे हन, ਇਹ ਨੇਤਰੋ ਮੇਰੇ ਹੋ हर तुम मैं जोत तरी, हर बिन और न देखो कोई। ये मेरी औखियो, परमात्मा ने तुहाडे अंदर अपनी जोत टकाई हुई है। ये नेत्रो मेरे हो हर तुम मैं जोत तरी। उस वाहिगुरु दी अंदर जोत है तां ही अखां देखदियां हन। जे उस दे अंदर जोत ना होवे तां कुछ भी देखिया नहीं जा सकदा। जदों कई बार अखां दे डॉक्टर दे कोल किसी मरीज नूं लैके जाईदा है तां ओह अगों डॉक्टर कहंदा है अखां बाहरलियां अखां तां सब ठीक हन, पर अंदर इसते जोत ही नहीं है, इस करके देख नहीं सकता। क्योंकि यह जोत तो उस वाहिगुरु ने रखी, उस जोत के कारण ही ये अखां देख रही हैं। ये नेत्रो मेरे ओ हर तुम मैं जोत तरी, हर बिन और ना देखो कोई। हर बिन और ना देखो कोई, नदरी हर निहालिया। परमात्मा तो बिना होर कोई गैर ना दिसे, निगाह नाल हर पासे उस हरि नूं ही वेखो, सारियां दे विच उस वाहिगुरु दी जोत नूं ही देखो। ये विस संसार तुम देख दे, ये हर का रूप है, हर रूप नदरी आया। ये अखियो, ये सारा संसार जो तुसी वेख रही हो, ये प्रभु दा ही रूप है, प्रभु दा ही रूप दिस रहा है। ये सतगुरु जी सानू इस बाणी दे विच इन्हां अखां लई उपदेश करते हैं कि ये जो नेत्र, ये सोहणे नेत्र जो उस वाहिगुरु ने दिते हैं, ये देख रहे हैं सिर्फ उस वाहिगुरु ने, क्योंकि इन्हां नेत्रां दे विच जोत धरी हुई है। उसकी जोत करके ही देख रहे हैं, अते उसने ही जोत धरी है इस बस, इस करके सारियां दे विच उस जोत नूं ही देखो। सतगुरु जी इसी बाणी दे विच सरवणां नूं भी उपदेश करदे हन। ये श्रवणों मेरे हो साचै सुनन नो पठाए। ये श्रवणों मेरे हो साचै सुनन नो पठाए। ये मेरे श्रवणों, ये मेरे कन्नों,
परमात्मा की सिफत सलाह की बाणी सुनने वास्ते तानू बनाया है, तानू भेजिया ही, तानू इस शरीर दे नाल लाया ही इस करके है कि तुसी सच सुनने नू पठाए, कि परमात्मा की सिफत सलाह की बाणी सुनो। सच सुनने नो पठाए, शरीर लाए, सुनो सत बाणी। परमात्मा की सिफत सलाह की बाणी सुनिया करो। ये मेरे सरवणों सतगुरु उपदेश करते हैं कि परमात्मा की सिफत सलाह की बाणी सुनिया करो। सदा थिर करतार ने तानू यही सुनने वास्ते बनाया है, इस शरीर विच थापिया है। जित सुनी मन तन हारिया होआ, रसना रस समाणी। अते इस सिफत सलाह की बाणी दे सुनन नाल ਇਹ तन मन आनंद भरपूर हो जाता है, अते रसना जो है वो आनंद विच मस्त हो जाती है। सतगुरु जी इसी बाणी दे विच सानू उपदेश करते हैं कि शरीर उस वाहिगुरु ने दिता क्यों है। उस वाहिगुरु ने शरीर तानू दिता है, ये शरीरा मेरेया इस जग में आए कै, क्या तुद कर्म कमाया। ये मेरे शरीर इस जगत विच जन्म लैके तू होर ही काम करदा रहा, कि कर्म कमाया तुद शरीरा, जां तू जग में आया। जदों दा तू संसार विच आया है, तू प्रभ सिमरन तो बिना होर काम ही करदा रहा। जिन हर तेरा रचन रचिया, सो हर मन ना वसाया। जिस हरि ने तैनू पैदा किया है, उसनू तो अपने मन विच नहीं वसाया, उसकी याद दे विच तू कदी नहीं जुड़िया। ये सतगुरु जी सानू साडे ज्ञान इंद्रियां नू, साडे शरीर नू इस बाणी दे विच उपदेश करते हैं। अते इसे बाणी दे विच सतगुरु सानू ये भी समझाते हैं कि माया की है। क्योंकि आम ये कहा जाता है कि माया जो है ये धन है, पर सतगुरु जी कहते हैं ये धन ही कला माया नहीं है, वो सब कुछ माया ही है जिहड़ी कि उस वाहिगुरु तो तोड़ती है। सतगुरु जी का अमृतमयी फुरमान है, ये माया जित हर विसरै, मोह पुजै भाओ दूजा लाया। कि माया वो है जिस दे राही, जिस दे कारण वो परमात्मा विसर जाता, वो सब कुछ ही माया है। अते दुनिया का मोह पैदा हो जाता है। मोह उपजै भाओ दूजा लाया, अते उस परमात्मा तो बिना होर प्यार उपज पैंदा है। कहे नानक गुर प्रसादी, जिना लिव लागी, तिनी विचे माया पाया। ते सतगुरु जी उपदेश करते हैं कि गुरु की कृपा नाल जिन्हां बंदियां दी प्रीत दी डोर प्रभु चरनां विच जुड़ी रहिंदी है, उन्हां नूं माया विच वरतदियां ही आत्मिक आनंद की प्राप्ति हो जाती है। तो इस सतगुरु जी सानू
ਇਸ ਸਾਰੀ ਬਾਣੀ ਦੇ ਵਿੱਚ ਉਹ ਜੁਗਤੀਆਂ ਦੱਸਦੇ ਹਨ ਜਿਨ੍ਹਾਂ ਜੁਗਤੀਆਂ ਰਾਹੀਂ ਅਸੀਂ ਆਨੰਦ ਦੀ ਪ੍ਰਾਪਤੀ ਕਰ ਸਕਦੇ ਹਾਂ। ਅਤੇ ਇਹ ਆਨੰਦ ਜੋ ਹੈ ਮਿਲਦਾ ਹੈ ਗੁਰੂ ਦੇ ਪ੍ਰਾਪਤੀ ਤੋਂ ਬਾਅਦ, ਜਦੋਂ ਸਤਿਗੁਰੂ ਦੇ ਨਾਲ ਮਿਲਾਪ ਹੁੰਦਾ ਹੈ। ਫਿਰ ਸਤਿਗੁਰੂ ਦੇ ਮਿਲਾਪ ਦੇ ਨਾਲ ਸਤਿਗੁਰੂ ਆਪਣੀ ਬਾਣੀ ਨਾਲ ਜੋੜ ਕੇ ਉਸ ਵਾਹਿਗੁਰੂ ਦੀਆਂ ਸਿਫਤ ਸਲਾਹਾਂ ਬਖਸ਼ਦੇ ਹਨ, ਕਿਉਂਕਿ ਇਹ ਬਾਣੀ ਸਾਰੀ ਸਿਫਤ ਸਲਾਹਾਂ ਨਾਲ ਭਰਪੂਰ ਹੈ। ਇਹ ਬਾਣੀ ਉਸ ਵਾਹਿਗੁਰੂ ਦੇ ਗੁਣ ਗਾਉਂਦੀ ਹੈ। ਇਸ ਬਾਣੀ ਦੇ ਰਾਹੀਂ ਸਤਿਗੁਰੂ ਜੀ ਹਰ ਇੱਕ ਮਨੁੱਖ ਨੂੰ ਜੋੜਦੇ ਹਨ ਅਤੇ ਜੋ ਵੀ ਇਸ ਬਾਣੀ ਦੇ ਨਾਲ ਜੁੜ ਕੇ ਉਸ ਵਾਹਿਗੁਰੂ ਦੇ ਗੁਣ ਗਾਉਂਦਾ ਹੈ, ਉਸ ਵਾਹਿਗੁਰੂ ਦੀਆਂ ਸਿਫਤ ਸਲਾਹਾਂ ਕਰਦਾ ਹੈ, ਉਹ ਆਪਣਾ ਜਨਮ ਸਫਲਾ ਕਰ ਜਾਂਦਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।